ਅਗਨ ਮਰੈ ਜਲ ਲੋੜ ਲੋ, ਬਿਨ ਗੁਰ ਨਿਧ ਜਲ ਨਾਹੀ। ਜਨਮ ਮਰੈ ਪਰਮਾਈਐ, ਜੇ ਲਖ ਕਰਮ ਕਮਾਏ। ਜਮ ਜਾਗਾਤੀ ਨਾ ਲੱਗਈ, ਜੇ ਚੱਲੇ ਸਤਿਗੁਰ ਪਾਏ। ਨਾਨਕ ਨਿਰਮਲ ਅਮਰ ਪਦ, ਗੁਰ ਹਰ ਮੇਲੇ ਮਿਲਾਏ। ਗੁਰੂ ਦੀ ਸ਼ਰਨ ਪੈ ਕੇ ਨਾਮ ਜਲ ਢੂੰਡ ਲੈ। ਇਸ ਨਾਮ ਜਲ ਦੀ ਬਰਕਤ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਪਰ ਗੁਰੂ ਦੀ ਸ਼ਰਨ ਤੋਂ ਬਿਨਾ ਨਾਮ ਸਰੋਵਰ ਦਾ ਇਹ ਜਲ ਮਿਲਦਾ ਨਹੀਂ। ਇਸ ਜਲ ਤੋਂ ਬਿਨਾ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿੱਚ ਭਵਾਇਆ ਜਾਂਦਾ ਹੈ। ਇਹ ਭਾਈ, ਜੇ ਮਨੁੱਖ ਨਾਮ ਨੂੰ ਭੁਲਾ ਕੇ ਹੋਰ ਲੱਖਾਂ ਕਰਮ ਕਮਾਉਂਦੇ ਰਹਿਣ ਤਾਂ ਵੀ ਇਹ ਅੰਦਰਲੀ ਅੱਗ ਨਹੀਂ ਮਰਦੀ। ਜੇ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰਦਾ ਰਹੇ ਤਾਂ ਜਮਰਾਜ ਮਸੂਲੀਆ ਉਸ ਉੱਤੇ ਆਪਣਾ ਵਾਰ ਨਹੀਂ ਕਰ ਸਕਦਾ। ਹੇ ਨਾਨਕ, ਗੁਰੂ ਮਨੁੱਖ ਨੂੰ ਪਵਿੱਤਰ ਉੱਚਾ ਆਤਮਿਕ ਦਰਜਾ ਬਖਸ਼ਦਾ ਹੈ। ਗੁਰੂ ਮਨੁੱਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਕਲਰ ਕੇਰੀ ਛਪੜੀ, ਕਉਆ ਮਲ ਮਲ ਨਾਏ। ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਧੀ ਆਏ। ਸਰਵਰ ਹੰਸ ਨ ਜਾਣਿਆ, ਕਾਗ ਕੁਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ। ਵਿਕਾਰਾਂ ਦੀ ਕਾਲਖ ਨਾਲ ਕਾਲੇ ਹੋਏ ਮਨ ਵਾਲਾ ਮਨੁੱਖ ਵਿਕਾਰਾਂ ਦੇ ਕਲਰ ਦੀ ਛਪੜੀ ਵਿੱਚ ਬੜੇ ਸ਼ੌਂਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ। ਇਸ ਕਰਕੇ ਉਸ ਦਾ ਮਨ, ਉਸ ਦਾ ਤਨ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਰਹਿੰਦਾ ਹੈ। ਜਿਵੇਂ ਕਾਂ ਦੀ ਚੁੰਝ ਗੰਧ ਨਾਲ ਹੀ ਭਰੀ ਰਹਿੰਦੀ ਹੈ, ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਵੀ ਨਿੰਦਾ ਆਦਿਕ ਗੰਧ ਨਾਲ ਹੀ ਭਰਿਆ ਰਹਿੰਦਾ ਹੈ। ਭੈੜੇ ਪੰਛੀ ਕਾਵਾਂ ਦੀ ਸੰਗਤ ਵਿੱਚ, ਵਿਕਾਰੀ ਬੰਦਿਆਂ ਦੀ ਸੁਹਬਤ ਵਿੱਚ ਪਰਮਾਤਮਾ ਦੀ ਅੰਸ਼ ਜੀਵ ਹੰਸ ਨੇ ਗੁਰੂ ਸਰੋਵਰ ਦੀ ਕਦਰ ਨਾ ਸਮਝੀ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੁੰਦੀ ਹੈ। ਹੇ ਆਤਮਿਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ, ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਾਹ ਨੂੰ ਸਮਝ, ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ। ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ। ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ, ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆਓ ਹੈ। ਗੁਰੂ ਵਿੱਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਪਾਓ। ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ। ਨਾਨਕ ਨਾਮ ਸਲਾਹ ਤੂੰ, ਹੋਰ ਹਉ ਮੈਂ ਆਵੋ ਜਾਓ। ਜਦ ਤੱਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤੱਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਵੀ ਲਾਭ ਨਹੀਂ। ਜਦ ਤੱਕ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾ ਹੋਰ ਮੋਹ ਪਿਆਰ ਵਸਦਾ ਹੈ, ਤਦ ਤੱਕ ਉਸ ਦਾ ਪਹਿਨਿਆ ਕੀਮਤੀ ਕੱਪੜਾ, ਉਸ ਦਾ ਖਾਧਾ ਹੋਇਆ ਕੀਮਤੀ ਭੋਜਨ ਸਭ ਵਿਅਰਥ ਜਾਂਦਾ ਹੈ, ਕਿਉਂਕਿ ਉਹ ਨਾਸ਼ਵੰਤ ਜਗਤ ਨੂੰ ਹੀ ਤੱਕ ਵਿੱਚ ਰੱਖਦਾ ਹੈ, ਨਾਸ਼ਵੰਤ ਜਗਤ ਨੂੰ ਹੀ ਕੰਨਾਂ ਵਿੱਚ ਵਸਾਈ ਰੱਖਦਾ ਹੈ, ਨਾਸ਼ਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਹੈ। हे ਨਾਨਕ, ਤੂੰ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿ।
ਸਿਫਤ ਸਲਾਹ ਨੂੰ ਭੁਲਾ ਕੇ ਹੋਰ ਸਾਰਾ ਉਦਮ ਹਉਮੈ ਦੇ ਕਾਰਨ ਜਨਮ ਮਰਨ ਦੇ ਗੇੜ ਬਣਾਈ ਰੱਖਦਾ ਹੈ। ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ। ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਕੋਈ ਵਿਰਲੇ ਹਨ, ਬਹੁਤੇ ਨਹੀਂ ਹਨ। ਆਮ ਤੌਰ ਤੇ ਜਗਤ ਵਿਖਾਵੇ ਦੇ ਕੰਮ ਹੀ ਕਰਦਾ ਰਹਿੰਦਾ ਹੈ। ਆਤਮਿਕ ਜੀਵਨ ਨੂੰ ਨੀਵਾਂ ਕਰਨ ਵਾਲਾ ਬੋਲ ਹੀ ਬੋਲਦਾ ਰਹਿੰਦਾ ਹੈ। ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਣ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਣ। ਪਿਰਮ ਪੇ ਕਾਮ ਨ ਨਿਕਲੈ ਲਾਇਆ ਤਿਨ ਸੁਜਾਨ। ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦੀ ਚੋਟ ਲੱਗਦੀ ਹੈ ਉਹ ਮਨੁੱਖ ਤੁਰਤ ਆਪਾ ਭਾਵ ਵੱਲੋਂ ਮਰ ਜਾਂਦਾ ਹੈ। ਉਸ ਦੇ ਅੰਦਰੋਂ ਸਵਾਰਥ ਖਤਮ ਹੋ ਜਾਂਦਾ ਹੈ। ਉਸ ਦੇ ਅੰਦਰ ਸਵਾਰਥ ਦੇ ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਜਿਹੜਾ ਮਨੁੱਖ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਚੋਟ ਨਾਲ ਆਪਾ ਭਾਵ ਵੱਲੋਂ ਮਰ ਜਾਂਦਾ ਹੈ ਉਸ ਦਾ ਜੀਵਨ ਪ੍ਰਭੂ ਦਰ ਤੇ ਕਬੂਲ ਹੋ ਜਾਂਦਾ ਹੈ। ਉਹੀ ਲੱਗੀ ਹੋਈ ਚੋਟ ਪ੍ਰਭੂ ਦਰ ਤੇ ਪ੍ਰਵਾਨ ਹੁੰਦੀ ਹੈ। ਪਰ ਇਹ ਪ੍ਰੇਮ ਦੀ ਚੋਟ ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ। ਜਦੋਂ ਇਹ ਚੋਟ ਪਰਮਾਤਮਾ ਵੱਲੋਂ ਲੱਗਦੀ ਹੈ ਤਦੋਂ ਹੀ ਇਹ ਲੱਗੀ ਹੋਈ ਚੋਟ ਕਬੂਲ ਹੁੰਦੀ ਹੈ, ਸਫਲ ਹੁੰਦੀ ਹੈ। ਉਸ ਸਿਆਣੇ ਤੀਰਅੰਦਾਜ਼ ਪ੍ਰਭੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦਾ ਤੀਰ ਵਿੰਨ ਦਿੱਤਾ, ਉਸ ਹਿਰਦੇ ਵਿੱਚੋਂ ਇਹ ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ। ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ। ਤਾ ਤੂੰ ਪੰਜਰ ਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਪਾਵਸੀ। ਪਰਮ ਜੋਤ ਜਗਾਏ ਵਾਜਾ ਵਾਵਸੀ। ਤੀਰਥ ਇਸ਼ਨਾਨ ਆਦਿਕ ਨਾਲ ਕੋਈ ਵੀ ਮਨੁੱਖ ਸਰੀਰ ਦੇ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਹਵਾ, ਪਾਣੀ, ਮਿੱਟੀ, ਅੱਗ, ਆਕਾਸ਼, ਪੰਜ ਤੱਤ ਇਕੱਠੇ ਕਰਕੇ ਇਹ ਸਰੀਰ ਭਾਂਡਾ ਇੱਕ ਨਾਸ਼ਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ। ਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਮਨੁੱਖ ਨੂੰ ਗੁਰੂ ਮਿਲਦਾ ਹੈ। ਗੁਰੂ ਮਨੁੱਖ ਦੇ ਸਰੀਰ ਭਾਂਡੇ ਨੂੰ ਪਵਿੱਤਰ ਕਰ ਦਿੰਦਾ ਹੈ। ਗੁਰੂ ਮਨੁੱਖ ਦੇ ਅੰਦਰ ਸਭ ਤੋਂ ਉੱਚੀ ਰੱਬੀ ਜੋਤ ਜਗਾ ਕੇ ਰੱਬੀ ਜੋਤ ਦਾ ਵਾਜਾ ਵਜਾ ਦਿੰਦਾ ਹੈ। ਰੱਬੀ ਜੋਤ ਦਾ, ਰੱਬੀ ਸਿਫਤ ਸਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦਿੰਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੋਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ। ਮਨੋ ਜੇ ਅੰਧੇ ਕੁਪ ਕਹਿਆ ਬਿਰਦ ਨ ਜਾਣਨੀ। ਮਨ ਅੰਧੇ ਹੁੰਦੇ ਕਵਲ ਦਿਸਨ ਖਰੇ ਕਰੂਪ। ਇਕ ਕਹਿ ਜਾਣਨ ਕਹਿਆ ਬੂਝਣ ਤੇ ਨਰ ਸੁਗੜ ਸਰੂਪ। ਇਕ ਨਾ ਨਾਦ ਨ ਬੇਦ ਨਾ, ਇਕ ਨਾਦ ਨ ਬੇਦ ਨਾ ਗੀਆ। ਰਸ ਰਸ ਕਸ ਨਾ ਜਾਣੰਤ। ਇਕ ਨਾ ਸਿੱਧ ਨ ਬੁੱਧ ਨਾ ਅਕਲ। ਸਰ ਅੱਖਰ ਕਾ ਪਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਹੜੇ ਮਨੁੱਖ ਮਨੋ ਘੁੱਪ ਅੰਨੇ ਹਨ, ਪੁੱਜ ਕੇ ਮੂਰਖ ਹਨ, ਉਹ ਦੱਸਿਆ ਵੀ ਇਨਸਾਨੀ ਫਰਜ਼ ਨਹੀਂ ਜਾਣਦੇ। ਮਨ ਅੰਨਾ ਹੋਣ ਕਰਕੇ ਹਿਰਦਾ ਕੇਵਲ ਧਰਮ ਵੱਲੋਂ ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਜੀਵਨ ਵਾਲੇ ਲੱਗਦੇ ਹਨ। ਕਈ ਮਨੁੱਖ
ਐਸੇ ਹੁੰਦੇ ਹਨ ਜੋ ਆਪ ਗੱਲ ਕਰਨੀ ਵੀ ਜਾਣਦੇ ਹਨ ਤੇ ਕਿਸੇ ਦੀ ਆਖੀ ਵੀ ਸਮਝਦੇ ਹਨ। ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ। ਕਈ ਬੰਦਿਆਂ ਨੂੰ ਨਾ ਜੋਗੀਆਂ ਦੇ ਨਾਦ ਦਾ ਰਸ, ਨਾ ਵੇਦ ਦਾ ਸ਼ੌਕ, ਨਾ ਰਾਗ ਦੀ ਖਿੱਚ, ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ। ਕਈ ਬੰਦਿਆਂ ਨੂੰ ਨਾ ਵਿਚਾਰ ਵਿੱਚ ਸਫਲਤਾ, ਨਾ ਸੁਚੱਜੀ ਬੁੱਧੀ, ਨਾ ਅਕਲ ਦੀ ਸਾਰ, ਤੇ ਇੱਕ ਅੱਖਰ ਵੀ ਪੜ੍ਹਨਾ ਨਹੀਂ ਜਾਣਦੇ, ਫਿਰ ਵੀ ਆਕੜ ਹੀ ਆਕੜ ਵਿਖਾਲਦੇ ਹਨ। ਏ ਨਾਨਕ, ਜਿਨ੍ਹਾਂ ਵਿੱਚ ਕੋਈ ਗੁਣ ਨਾ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਨ ਜਗਤ। ਸਾਡੀਆਂ ਨਜ਼ਰਾਂ ਵਿੱਚ ਉਹ ਮਨੁੱਖ ਅਸਲ ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦਾ ਹੈ, ਜੋ ਇਹੀ ਜਪ ਕਰਮ ਕਰਦਾ ਹੈ, ਇਹੀ ਤਪ ਕਰਮ ਕਰਦਾ ਹੈ, ਇਹੀ ਸੰਜਮ ਕਰਮ ਕਰਦਾ ਹੈ, ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ, ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫਰਜ਼ ਨਿਭਾਉਂਦਾ ਹੈ, ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹੀ ਬ੍ਰਾਹਮਣ ਆਦਰ ਸਤਕਾਰ ਦਾ ਹੱਕਦਾਰ ਹੈ। ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜੈ ਦਾਨ, ਸੋ ਖੱਤਰੀ ਦਰਗਹਿ ਪਰਵਾਨ, ਲਬ ਲੋਭ ਜੇ ਕੂੜ ਕਮਾਵੇ, ਆਪਣਾ ਕੀਤਾ ਆਪੇ ਪਾਵੇ। ਸਾਡੀਆਂ ਨਜ਼ਰਾਂ ਵਿੱਚ ਉਹ ਮਨੁੱਖ ਖੱਤਰੀ ਹੈ ਜੋ ਕਾਮਾਦਿਕ ਵੈਰੀਆਂ ਨੂੰ ਮਾਰ ਮੁਕਾਉਣ ਲਈ ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ, ਜੋ ਆਪਣੇ ਸਰੀਰ ਨੂੰ, ਆਪਣੇ ਜੀਵਨ ਨੂੰ ਹੋਰਨਾਂ ਵਿੱਚ ਭਲੇ ਕਰਮ ਵੰਡਣ ਲਈ ਵਸੀਲਾ ਬਣਾਉਂਦਾ ਹੈ, ਜੋ ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ ਖੇਤ ਸਮਝਦਾ ਹੈ ਤੇ ਇਸ ਖੇਤ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ, ਨਾਮ ਬੀਜ ਬੀਜਦਾ ਹੈ। ਅਜਿਹਾ ਖੱਤਰੀ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ। ਪਰ ਜਿਹੜਾ ਮਨੁੱਖ ਲੱਭ ਲੋਭ ਅਤੇ ਹੋਰ ਠੱਗੀ ਆਦਿ ਕਰਦਾ ਰਹਿੰਦਾ ਹੈ, ਉਹ ਜਨਮ ਦਾ ਚਾਹੇ ਖੱਤਰੀ ਹੀ ਹੋਵੇ, ਉਹ ਮਨੁੱਖ ਲੱਭ ਆਦਿਕ ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ। ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਸੂਰਮਾ ਨਹੀਂ ਹੈ। ਤਨ ਨ ਤਪਾਏ ਤਨੂਰ ਜਿਉ, ਬਾਲਨ ਹੱਡ ਨ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪੀਰੀ ਸਮਾਲ। ਆਪਣੇ ਸਰੀਰ ਨੂੰ ਧੂਣੀਆਂ ਨਾਲ ਤਨੂਰ ਵਾਂਗ ਨਾ ਸਾੜ ਤੇ ਹੱਡਾਂ ਨੂੰ ਧੂਣੀਆਂ ਨਾਲ ਇਉਂ ਨਾ ਬਲਾ ਜਿਵੇਂ ਇਹ ਬਾਲਣ ਹੈ। ਤੇਰੇ ਸਰੀਰ ਨੇ, ਤੇਰੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ, ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈ? ਇਹਨਾਂ ਨੂੰ ਦੁਖੀ ਨਾ ਕਰ, ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ।